ਇਹ ਸਰ ਸਾਡਾ ਇੱਕ ਰਿਸਰਚ ਰੋਬੋਟ ਹੈ ਜਿਹਨੂੰ ਆਪਾਂ ਪਾਇਓਨੀਅਰ 380 ਮੋਬਾਈਲ ਰੋਬੋਟ ਹੈ ਜਿਹਦੇ ਉੱਤੇ ਸਾਡੇ ਸਟੂਡੈਂਟਸ ਰਿਸਰਚ ਕਰਦੇ ਆ ਕਿ ਅਸੀਂ ਅਨਨੋਨ ਏਰੀਆ ਦੇ ਵਿੱਚ ਅਸੀਂ ਰੋਬੋਟਸ ਨੂੰ ਭੇਜਣਾ ਜਾਂ ਅਸੀਂ ਨੋਨ ਏਰੀਆ ਦੇ ਵਿੱਚ ਰੋਬੋਟਸ ਨੂੰ ਸੈਂਡ ਕਰਨਾ। ਤੇ ਇਹ ਸਾਡਾ ਜਿਹੜਾ ਰੋਬੋਟ ਹੈ ਇਹਨੂੰ ਅਸੀਂ ਇੱਥੋਂ ਕੋ ਡਾਇਰੈਕਸ਼ਨ ਦਵਾਂਗੇ। ਇਟ ਵਿਲ ਆਟੋਮੈਟਿਕਲੀ ਟੇਕ ਦਾ ਟ੍ਰੈਜੈਕਟਰੀ ਐਂਡ ਰੀਚ ਦਾ ਡੈਸਟੀਨੇਸ਼ਨ। ਪਰ ਇਹ ਸਾਡੀ ਇਨਵੈਂਸ਼ਨ ਹੈ, ਇਹਦਾ ਕਿਊਟ ਬੋਟ ਅਸੀਂ ਇਹਦਾ ਨਾਮ ਰੱਖਿਆ ਰੋਬੋਟ ਦਾ। ਔਰ ਇਹ ਅਸੀਂ ਕਰੋਨਾ ਟਾਈਮ ਦੇ ਵਿੱਚ ਹੀ ਬੜਾ ਹਾਰਡ ਵਰਕ ਕਰਕੇ ਇਹਨੂੰ ਬਣਾਇਆ। ਇਹਨੂੰ ਵਡੋਦਰਾ ਗੁਜਰਾਤ ਦੇ ਵਿੱਚ ਫੈਬਰੀਕੇਟ ਕੀਤਾ ਗਿਆ, ਲੇਕਿਨ ਡਿਜ਼ਾਈਨ ਅਸੀਂ ਆਨਲਾਈਨ ਇੱਥੋਂ ਭੇਜਿਆ, ਫਿਰ ਇਹ ਬਣ ਕੇ ਆਇਆ। ਔਰ ਇਸ ਨੂੰ ਅਸੀਂ ਇੱਕ ਹਸਪੀਟਲ 'ਚ ਵੀ ਇੰਸਟਾਲ ਕਰਕੇ ਟੈਸਟ ਕੀਤਾ। ਇਹਦੇ ਵਿੱਚ ਕੀ ਹੈ ਕਿ ਕਈ ਵਾਰ ਅਸੀਂ ਕਿਸੇ ਵਾਰਡ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਜਿਸ ਤਰ੍ਹਾਂ ਕਰੋਨਾ ਵਾਰਡ ਹੈ, ਟਿਊਬਰਕਲੋਸਿਸ ਵਾਰਡ ਹੈ, ਜਾਂ ਮੰਨ ਲਓ ਕੋਈ ਰੈਬਿਸਿਸ ਦਾ ਪੇਸ਼ੈਂਟ ਹੈ ਜਿੱਥੇ ਤੁਸੀਂ ਉਹਨੂੰ ਰੋਟੀ ਦੇਣ ਵੀ ਨਹੀਂ ਜਾ ਸਕਦੇ, ਜਾਂ ਕੋਈ ਜੇਲ੍ਹ ਡਿਪਾਰਟਮੈਂਟ ਹੈ ਜਿੱਥੇ ਤੁਸੀਂ ਕੋਈ ਬੰਦਾ ਲੌਜ ਕੀਤਾ ਉੱਥੇ ਨਹੀਂ ਲਾਗੇ ਜਾਣਾ ਚਾਹੁੰਦੇ, ਤੇ ਇਹ ਮਸ਼ੀਨ ਜਿਹੜੀ ਹੈ ਇਟ ਕੈਨ ਬੀ ਯੂਜ਼ਡ। ਕਿ ਜਿੱਥੇ ਬੈਕਟੀਰੀਆ ਹੈ ਉਹਦੇ ਉੱਪਰ ਫੇਰ ਦਿਓ ਤੇ ਬੈਕਟੀਰੀਆ ਹੀ ਖਤਮ ਹੋ ਜਾਣਗੇ, ਕਿਉਂਕਿ ਇਹਦੇ ਵਿੱਚ ਆਪਾਂ ਹਾਈ ਇੰਟੈਂਸਿਟੀ ਅਲਟਰਾਵਾਇਲਟ ਰੇਡੀਏਸ਼ਨਸ ਯੂਜ਼ ਕੀਤੀਆਂ ਹਨ, ਜੋ ਕਿ ਜਦੋਂ ਵਾਇਰਸ ਜਾਂ ਬੈਕਟੀਰੀਆ ਦੇ ਉੱਤੇ ਅਲਟਰਾਵਾਇਲਟ ਰੇਡੀਏਸ਼ਨਸ ਪੈਂਦੀਆਂ ਤੇ ਉਹਦੇ DNA ਜਾਂ RNA ਨੂੰ ਉਹ ਫਿਨਿਸ਼ ਕਰ ਦਿੰਦੀਆਂ, ਮਾਰ ਦਿੰਦੀਆਂ। ਕਿਉਂਕਿ ਵਾਇਰਸ ਬੈਕਟੀਰੀਆ ਦੀ ਜਿਹੜੀ ਲੇਅਰ ਹੁੰਦੀ ਬਹੁਤ ਥਿਨ ਹੁੰਦੀ ਹੈ, ਹਾਲਾਂਕਿ ਉਹ ਸਾਨੂੰ ਦਿਖਾਈ ਨਹੀਂ ਦਿੰਦੇ, ਬਟ ਐਜ਼ ਪਰ ਜਿਹੜਾ ਲਿਟਰੇਚਰ ਅਵੇਲੇਬਲ ਆ ਉਹਦੇ ਵਿੱਚ ਇਹ ਲਿਖਿਆ ਕਿ ਜੇ ਉਹਨੂੰ ਕੁਛ ਡਿਊਰੇਸ਼ਨ, ਕੁਛ ਸੈਕਿੰਡਸ ਵਾਸਤੇ ਆਪਾਂ ਐਕਸਪੋਜ਼ ਕਰ ਦਿੰਦੇ ਹਾਂ ਤਾਂ ਉਹ ਬੈਕਟੀਰੀਆ ਵਾਇਰਸ ਕਿਲ ਹੋ ਜਾਂਦਾ। ਅਤੇ ਇਸ ਕਨਸੈਪਟ ਨੂੰ ਲੈ ਕੇ ਅਸੀਂ ਡਿਵਾਈਸ ਜਿਹੜੀ ਹੈ ਬਣਾਈ ਹੈ। ਖੇਤੀਬਾੜੀ ਨਾਲ ਇਹਨੂੰ ਸੰਬੰਧ ਕਰ ਸਕਦੇ ਹਾਂ, ਅੰਡਰ ਵਾਟਰ ਰੋਬੋਟ। ਔਰ ਇਸ ਤੋਂ ਇਲਾਵਾ ਅਸੀਂ ਵਾਟਰ ਸਪ੍ਰਿੰਕਲਰ ਰੋਬੋਟ ਬਣਾਇਆ, ਜਿਹੜਾ ਕਿ ਖੇਤਾਂ ਦੇ ਵਿੱਚ ਜਾਂ ਕਿਸੇ ਲਾਉਣ ਦੇ ਵਿੱਚ ਵਾਟਰ ਸਪ੍ਰਿੰਕਲ ਕਰੇਗਾ, ਔਰ ਉਹਨੂੰ ਤੁਸੀਂ ਕੰਪਿਊਟਰਾਈਜ਼ਡ ਕੰਟਰੋਲ ਕਰ ਸਕਦੇ ਆ ਜਾਂ ਮੋਬਾਈਲ ਤੋਂ ਕੰਟਰੋਲ ਕਰ ਸਕਦੇ ਆ। ਇਹਦੇ ਵਿੱਚ ਕੀ ਇਨੋਵੇਸ਼ਨ ਹੈ ਕਿ ਜਿਹੜੀ ਨਾਰਮਲ ਏਅਰ ਹੈ ਇਹਦੇ ਵਿੱਚ ਸੱਕ ਹੋ ਜਾਂਦੀ ਹੈ, ਫਿਰ ਜਿਹੜੀ ਏਅਰ ਬਾਹਰ ਨਿਕਲਦੀ ਉਹ ਅਲਟਰਾ ਵਾਇਲਟ ਰੇਜ਼ ਦੇ ਵਿੱਚੋਂ ਦੀ ਪਾਸ ਹੋ ਕੇ ਬਾਹਰ ਜਾਂਦੀ ਹੈ, ਜਿਹਦੇ ਨਾਲ ਬੈਕਟੀਰੀਆ ਔਰ ਵਾਇਰਸ ਕਿਲ ਹੋ ਜਾਂਦੇ ਆ। ਦੁਨੀਆ ਦੇ ਵਿੱਚ ਇਨਸਾਨ ਨੂੰ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ, ਕਿਉਂਕਿ ਇਨਸਾਨ ਕੁਝ ਵੀ ਕਰ ਸਕਦਾ ਹੈ। ਪਰ ਇਸ ਵੇਲੇ ਇਨਸਾਨਾਂ ਦੇ ਬਰਾਬਰ ਰੋਬੋਟ ਵੀ ਕੰਮ ਕਰ ਰਹੇ ਨੇ। ਰੋਬੋਟ ਵੀ ਜਿਸ ਤਰੀਕੇ ਦੇ ਨਾਲ ਇਨਸਾਨ ਕੰਮ ਕਰਦੇ ਨੇ, ਉਸੇ ਤਰੀਕੇ ਦੇ ਨਾਲ ਜਾਂ ਉਸ ਤੋਂ ਵੱਧ ਵਧੀਆ ਤਰੀਕੇ ਨਾਲ ਰੋਬੋਟ ਵੀ ਕੰਮ ਕਰ ਰਹੇ ਨੇ। ਜਲੰਧਰ ਦੀ NIT ਦੀ IC ਡਿਪਾਰਟਮੈਂਟ ਦੇ ਵਿੱਚ ਬਹੁਤ ਸ਼ਾਨਦਾਰ ਤਰੀਕੇ ਨਾਲ ਰਿਸਰਚ ਚੱਲ ਰਹੀ ਹੈ। ਇੱਥੇ ਚਾਹੇ ਮੈਂ ਗੱਲ ਕਰਾਂ ਕਿ ਫੌਜ ਨੂੰ ਜਿਹੜੇ ਯੰਤਰ ਦਿੱਤੇ ਜਾਂਦੇ ਨੇ ਉਹ ਵੀ ਇੱਥੇ ਤਿਆਰ ਹੋ ਰਹੇ ਨੇ ਕਿ ਉਹ ਸਿਕਿਉਰਿਟੀ ਪਰਪਸ ਨੂੰ ਧਿਆਨ 'ਚ ਰੱਖਦੇ ਹੋਏ ਕਿ ਇਨਸਾਨ ਨੂੰ ਕੁਝ ਨਾ ਹੋਵੇ, ਰੋਬੋਟ ਨੂੰ ਅੱਗੇ ਘੱਲਿਆ ਜਾਵੇ ਤਾਂ ਦੁਸ਼ਮਣ ਦਾ ਖਾਤਮਾ ਕਹਿ ਸਕਦੇ ਜਾਂ ਉਹਨਾਂ ਦੀ ਇਨਫੋਰਮੇਸ਼ਨ ਵੀ ਇਕੱਠੀ ਕੀਤੀ ਜਾ ਸਕਦੀ ਹੈ। ਖੇਤੀਬਾੜੀ ਦੇ ਨਾਲ ਸੰਬੰਧਿਤ ਵੀ ਕਈ ਜਿਹੜੇ ਇੱਥੇ ਰੋਬੋਟ ਤਿਆਰ ਕੀਤੇ ਹੋਏ ਨੇ। ਚਾਹੇ ਕਰੋਨਾ ਦੇ ਵਿੱਚ ਇੰਨੀ ਘਾਤਕ ਬਿਮਾਰੀ ਆਈ ਸੀ, ਉਸ ਸਮੇਂ ਦੇ ਵਿੱਚ ਵੀ ਕਿਹੜੇ ਯੰਤਰ ਤਿਆਰ ਕੀਤੇ ਗਏ ਨੇ। ਅਸੀਂ ਉਸੇ ਲੈਬ ਦੇ ਵਿੱਚ ਖੜੇ ਹਾਂ। ਡਾਕਟਰ ਕੁਲਦੀਪ ਸਿੰਘ ਨਗਲਾ ਮੇਰੇ ਨਾਲ ਨੇ, ਕਿਉਂਕਿ ਪਿਛਲੇ 2 ਦਹਾਕਿਆਂ ਤੋਂ ਇਹ ਲਗਾਤਾਰ ਇਸ ਲੈਬ ਨੂੰ ਇਹਨਾਂ ਨੇ ਦਿੱਤੇ ਨੇ ਕਈ ਚੀਜ਼ਾਂ, ਕਈ ਰਿਸਰਚ ਜਿਹੜੀ ਹੈ ਇਹਨਾਂ ਨੇ ਕੀਤੀ ਹੈ। ਤਾਂ ਕਈ ਰੋਬੋਟ ਹੈਗੇ ਨੇ ਇੱਥੇ, ਸਾਰਿਆਂ ਬਾਰੇ ਹੌਲੀ ਹੌਲੀ ਅਸੀਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਧੰਨਵਾਦ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਵੈਰੀ ਮੱਚ। ਲਗਭਗ 2 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਤੁਸੀਂ ਰਿਸਰਚ ਕਰ ਰਹੇ ਹੋ, ਵੱਖ-ਵੱਖ ਰੋਬੋਟ ਬਣਾ ਰਹੇ ਹੋ। ਤਾਂ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਰੋਬੋਟ ਪਏ ਨੇ, ਮੈਂ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਇਹੀ ਰੋਬੋਟ ਜਿਹੜਾ ਮੈਨੂੰ ਬਹੁਤ ਆਕਰਸ਼ਿਤ ਇਹਨੇ ਕੀਤਾ ਕਿ ਇਸ ਨੂੰ ਅਸੀਂ ਡਾਇਰੈਕਸ਼ਨ ਦੇ ਦਾਂਗੇ ਤੇ ਇਹ ਕਿਤੇ ਵੀ ਜਾ ਕੇ ਉਸ ਜਗ੍ਹਾ ਨੂੰ ਰਿਸਰਚ ਕਰ ਲੇਗਾ ਜਾਂ ਉਸ ਜਗ੍ਹਾ ਦਾ ਬਾਰੇ ਇਹ ਦੱਸ ਦੂਗਾ, ਪਹੁੰਚ ਜੂਗਾ ਉਸ ਜਗ੍ਹਾ ਦੇ ਉੱਪਰ। ਇਹਦਾ ਡਿਟੇਲ ਦੇ ਵਿੱਚ ਦੱਸੋ ਕਿ ਇਹਨੂੰ ਯੂਜ਼ ਕਿਤੇ ਕੀਤਾ ਜਾ ਸਕਦਾ। ਇਹ ਸਰ ਸਾਡਾ ਇੱਕ ਰਿਸਰਚ ਰੋਬੋਟ ਹੈ ਜਿਹਨੂੰ ਆਪਾਂ ਪਾਇਓਨੀਅਰ 380 ਮੋਬਾਈਲ ਰੋਬੋਟ ਹੈ, ਜਿਹਦੇ ਉੱਤੇ ਸਾਡੇ ਸਟੂਡੈਂਟਸ ਰਿਸਰਚ ਕਰਦੇ ਆ ਕਿ ਅਸੀਂ ਅਨਨੋਨ ਏਰੀਆ ਦੇ ਵਿੱਚ ਅਸੀਂ ਰੋਬੋਟਸ ਨੂੰ ਭੇਜਣਾ ਜਾਂ ਅਸੀਂ ਨੋਨ ਏਰੀਆ ਦੇ ਵਿੱਚ ਰੋਬੋਟਸ ਨੂੰ ਸੈਂਡ ਕਰਨਾ। ਤੇ ਇਹ ਸਾਡਾ ਜਿਹੜਾ ਰੋਬੋਟ ਹੈ ਇਹਨੂੰ ਅਸੀਂ ਇੱਥੋਂ ਕੋ ਡਾਇਰੈਕਸ਼ਨ ਦਵਾਂਗੇ। ਇਟ ਵਿਲ ਆਟੋਮੈਟਿਕਲੀ ਟੇਕ ਦਾ ਟ੍ਰੈਜੈਕਟਰੀ ਐਂਡ ਰੀਚ ਦਾ ਡੈਸਟੀਨੇਸ਼ਨ। ਤਾਂ ਇਟ ਹੈਜ਼ ਲਾਰਜ ਨੰਬਰ ਆਫ ਐਪਲੀਕੇਸ਼ਨ ਇਨ ਮਿਲਟਰੀ ਐਪਲੀਕੇਸ਼ਨਸ, ਇਨ ਹਸਪੀਟਲਸ, ਇਨ ਅਦਰ ਡੋਮੈਸਟਿਕ ਐਪਲੀਕੇਸ਼ਨਸ ਦੇ ਵਿੱਚ ਇਹ ਰੋਬੋਟਸ ਜਿਹੜਾ ਬੜਾ ਅੱਛਾ ਵਰਕ ਕਰ ਸਕਦਾ ਹੈ। ਤੇ ਸਾਡੇ ਪਾਸਟ ਸੈਵਰਲ ਈਅਰਸ ਤੋਂ ਬੜੇ ਸਟੂਡੈਂਟਸ ਇਸ 'ਤੇ PhD ਕਰਕੇ ਗਏ ਆ, ਔਰ ਜਿਸ ਵਿੱਚ ਮਨਦੀਪ ਸਿੰਘ ਜਿਹੜਾ ਹੁਣ ਕਰੰਟਲੀ PhD ਕਰ ਰਿਹਾ, ਦੈਨ ਅਰਚਨਾ ਖੁਰਾਨਾ PhD ਕੰਪਲੀਟ ਕਰਕੇ ਚਲੇ ਗਈ, ਰਵਿੰਦਰ ਸਿੰਘ PhD ਕੰਪਲੀਟ ਕਰਕੇ ਚਲੇ ਗਏ, ਇੱਕ ਰਾਜ ਕੁਮਾਰ ਸਟੂਡੈਂਟ ਹੈ, ਹੀ ਇਜ਼ ਆਲਸੋ ਡੂਇੰਗ
ਵਰਕ ਔਨ ਦਾ ਨੈਵੀਗੇਸ਼ਨ ਆਫ ਦਾ ਰੋਬੋਟ। ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇਹ ਚਾਹੇ ਇਹਦੇ ਵਿੱਚ ਮਿਲਟਰੀ ਐਪਲੀਕੇਸ਼ਨਸ ਵੀ ਹੈਗੀਆਂ ਨੇ, ਚਾਹੇ ਇਹਨੂੰ ਹਸਪੀਟਲ ਦੇ ਵਿੱਚ ਯੂਜ਼ ਕਰ ਲਓ ਜਾਂ ਕਿਤੇ ਵੀ ਯੂਜ਼ ਕਰ ਲਓ। ਜੇ ਮੈਂ ਆਸਾਨ ਭਾਸ਼ਾ ਦੇ ਵਿੱਚ ਕਹਾਂ ਕਿ ਜੇ ਅਸੀਂ ਮੰਨ ਲਓ ਵੀ ਦੁਸ਼ਮਣ ਦੇ ਇਲਾਕੇ ਦੇ ਵਿੱਚ ਜਿਵੇਂ ਇਸ ਨੂੰ ਭੇਜਣਾ ਤੇ ਇਹਨੂੰ ਡਾਇਰੈਕਸ਼ਨ ਦੇ ਦੇਣੀ ਹੈ ਵੀ ਤੂੰ ਉਸ ਜਗ੍ਹਾ ਦੇ ਉੱਪਰ ਜਾਣਾ, ਤੇ ਇਹ ਆਪੇ ਚੀਜ਼ਾਂ ਨੂੰ ਪਾਸੇ ਕਰਦਾ ਹੋਇਆ ਜਾਂ ਉਹਨਾਂ ਨੂੰ ਰਸਤਾ ਲੱਭਦਾ ਹੋਇਆ ਪਹੁੰਚ ਜੂਗਾ। ਹਾਂ, ਇਹਦੇ ਵਿੱਚ ਇਸ ਤਰ੍ਹਾਂ ਦੇ ਸੈਂਸਰ ਲੱਗੇ ਆ, ਲੇਜ਼ਰ ਸੈਂਸਰ, ਜਿਹੜਾ ਕਿ ਆਟੋਮੈਟਿਕਲੀ ਪਾਥ ਨੂੰ ਡਿਟੈਕਟ ਕਰ ਲੇਗਾ। ਅਗਰ ਆਬਸਟੈਕਲ ਅੱਗੇ ਆ ਰਿਹਾ ਹੈ ਤਾਂ ਉਹਨੂੰ ਅਵੋਇਡ ਕਰਕੇ ਨਿਕਲ ਜਾਏਗਾ ਔਰ ਡੈਸਟੀਨੇਸ਼ਨ ਤੇ ਪਹੁੰਚ ਜਾਏਗਾ। ਇਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਇਹਦੀਆਂ ਅਲੱਗ-ਅਲੱਗ ਫੀਲਡ ਵਿੱਚ ਹੈ। ਇਹ ਇੱਕ ਰਿਸਰਚ ਮਾਡਲ ਹੈ, ਆਪਾਂ ਇਹਨੂੰ ਮੋਡੀਫਾਈਡ ਵਰਜ਼ਨ ਵਿੱਚ ਵੀ ਡਿਵੈਲਪ ਕਰ ਸਕਦੇ ਹਾਂ ਅਕੋਰਡਿੰਗ ਟੂ ਰਿਕੁਆਇਰਮੈਂਟ, ਵੀ ਇਹਨੂੰ ਅਸੀਂ ਕਿਸ ਟੈਰਨ ਦੇ ਵਿੱਚ ਭੇਜਣਾ, ਇਹਨੂੰ ਆਪਾਂ ਕਿਸੇ ਰਫ ਸਰਫੇਸ ਦੇ ਉੱਤੇ ਮੂਵ ਕਰਨਾ ਜਾਂ ਉੱਥੇ ਬੁਸ਼ਸ ਹੈਗੀਆਂ ਜਾਂ ਸੈਂਡ ਏਰੀਆ ਹੈ ਜਾਂ ਮੱਡ ਏਰੀਆ, ਤਾਂ ਫਿਰ ਇਹਦੇ ਵੀਲਸ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਵਰਕ ਵਾਸਤੇ ਇਹ ਰੋਬੋਟ ਜਿਹੜਾ ਬਹੁਤ ਯੂਜ਼ਫੁਲ ਹੈ। ਇਹ ਫਿਰ ਤੁਹਾਡੀ ਰਿਸਰਚ ਨੂੰ ਇਹਨੂੰ ਦੇਖ ਕੇ ਕਿਸੇ ਨੇ ਇੰਪਲੀਮੈਂਟ ਕੀਤਾ ਕਿਸੇ ਹਸਪੀਟਲ ਦੇ ਵਿੱਚ ਜਾਂ ਫੌਜ ਦੇ ਵਿੱਚ? ਮੈਨੂੰ ਲੱਗਦਾ ਉਧਰ ਚੱਲ ਸਾਡੀ ਰਿਸਰਚ ਜਨਰਲੀ ਅਸੀਂ ਪਬਲਿਸ਼ ਕਰ ਦੇਈਦੀ ਹੈ। ਆਪਣੀ ਰਿਸਰਚ ਇਹਦੇ ਜਿਹੜੇ ਕੋਡਸ ਹੈ ਉਹ ਅਸੀਂ ਪਬਲਿਸ਼ ਕਰ ਦੇਈਦੇ ਹੈ। ਉਹ ਫਿਰ ਕੋਡ ਜਿਹੜੇ ਹੈਗੇ ਉਹ ਅਲੱਗ-ਅਲੱਗ ਏਜੰਸੀਜ਼ ਹੈ, ਜਿਸ ਤਰ੍ਹਾਂ ਰਿਸਰਚ ਏਜੰਸੀਜ਼ ਹੈ ਜਾਂ ਕੋਈ ਸਪੇਸ ਏਜੰਸੀਜ਼ ਹੈ ਜਾਂ ਅਦਰ ਮਿਲਟਰੀ ਏਜੰਸੀਜ਼ ਹੈ, ਉਹ ਫਿਰ ਸਾਡੀ ਰਿਸਰਚ ਨੂੰ ਯੂਜ਼ ਕਰ ਲੈਂਦੀਆਂ। ਔਰ ਸਾਡੇ ਬਹੁਤ ਸਾਰੇ ਪੇਟੈਂਟਸ ਹੈ और बहुत सारे इंडस्ट्रियल डिज़ाइन और कॉपीराइट्स है विच वी आर सैलिंग एंड मैनी ऑफ द न्यू टेक्नोलॉजीज़ आर आल्सो देयर इन द मार्केट। हाँ, जिस विच साडा एक इक्विपमेंट है एयर प्योरीफायर, जिहड़ा कि साडा करोना विच इट वाज वेरी यूजफुल। और ये जिहड़ा साडा सिस्टम हैगा दैट वाज यूज्ड इन ड्यूरिंग द करोना पीरियड फॉर प्योरीफाइंग ऑफ द एयर। ਇਹਦੇ ਵਿੱਚ ਕੀ ਇਨੋਵੇਸ਼ਨ ਹੈ ਕਿ ਜਿਹੜੀ ਨਾਰਮਲ ਏਅਰ ਹੈ ਇਹਦੇ ਵਿੱਚ ਸੱਕ ਹੋ ਜਾਂਦੀ ਹੈ, ਫਿਰ ਜਿਹੜੀ ਏਅਰ ਬਾਹਰ ਨਿਕਲਦੀ ਉਹ ਅਲਟਰਾ ਵਾਇਲਟ ਰੇਜ਼ ਦੇ ਵਿੱਚੋਂ ਦੀ ਪਾਸ ਹੋ ਕੇ ਬਾਹਰ ਜਾਂਦੀ ਹੈ, ਜਿਹਦੇ ਨਾਲ ਬੈਕਟੀਰੀਆ ਔਰ ਵਾਇਰਸ ਕਿਲ ਹੋ ਜਾਂਦੇ ਆ। ਅੱਛਾ, ਇੱਧਰ ਵੀ ਆਪਾਂ ਹੌਲੀ ਹੌਲੀ ਜਾਵਾਂਗੇ। ਮੈਂ ਕਹਿੰਦਾ ਵੀ ਜਿਹੜੀਆਂ ਲੋਕਾਂ ਨੂੰ ਸਿੱਧੀਆਂ ਜਿਹੜੀਆਂ ਕਨੈਕਟਡ ਚੀਜ਼ਾਂ ਹੈਗੀਆਂ ਨੇ ਉਹ ਆਪਾਂ ਜ਼ਰੂਰ ਦੱਸੀਏ ਕਿ ਇੱਕ ਤੁਸੀਂ ਰੋਬੋਟ ਕਹਿ ਸਕਦੇ ਆ ਕਿ ਜਾਂ ਇੱਕ ਮਸ਼ੀਨ ਕਹਿ ਸਕਦੇ ਬਣਾਈ ਕਿ ਜਿਹਦਾ ਭੂਚਾਲ ਦਾ ਪਤਾ ਲੱਗ ਜਾਂਦਾ, ਭੂਚਾਲ ਆਏ ਦਾ। ਭੂਚਾਲ ਦਾ ਐਡਵਾਂਸ ਨਹੀਂ ਪਤਾ ਲੱਗੇਗਾ, ਬਟ ਇੱਕ ਅਲਾਰਮ ਹੈ। ਔਰ ਇਹ ਸਾਡਾ ਫਰਸਟ ਪੇਟੈਂਟ ਸੀਗਾ ਜਿਹਦੇ ਵਿੱਚ ਬੜਾ ਸਿੰਪਲ ਮਕੈਨਿਜ਼ਮ ਸੀ ਜਿਸ ਨੂੰ ਯੂ ਕੈਨ ਇੰਸਟਾਲ ਇਟ ਔਨ ਦਾ ਵਾਲ ਜਾਂ ਇਹਨੂੰ ਪਲੇਸ ਕਰ ਸਕਦੇ ਹਾਂ। ਜਦੋਂ ਹੀ ਅਰਥਕੁਇਕ ਹਿੱਟ ਹੋਵੇਗਾ ਉਹਦੀ ਵਾਈਬ੍ਰੇਸ਼ਨ ਦੇ ਨਾਲ ਸਾਇਰਨ ਜਿਹੜਾ ਉਹ ਲੈਚ ਹੋ ਜਾਏਗਾ। ਅੱਛਾ, ਤੁਸੀਂ ਥੋੜਾ ਨਾਲ ਸਮਝਾਓਗੇ ਵੀ ਇਹ ਵੀ ਕਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਤੇ ਫਿਰ ਇਹ ਵਾਲਾ ਤੁਹਾਡਾ ਜਿਹੜਾ ਇਹ ਯੰਤਰ ਹੈ ਇਹ ਫਿਰ ਕਾਮਯਾਬ ਜਾਂ ਕੀ ਕਹਿ ਸਕਦੇ ਇਹਨੂੰ ਕਿ ਜਾਂ ਸਰਕਾਰ ਨੇ ਨਹੀਂ? ਇਹ ਐਕਚੁਅਲੀ ਬਹੁਤ ਅੱਛੀ ਇਨਵੈਂਸ਼ਨ ਹੈ ਔਰ ਸਾਰੀ ਦੁਨੀਆ ਦੇ ਵਿੱਚ ਸਾਰੀਆਂ ਇਨਵੈਂਸ਼ਨਸ ਜਿਹੜੀਆਂ ਉਹ ਮਤਲਬ ਲੱਖਾਂ ਇਨਵੈਂਸ਼ਨ ਹੁੰਦੀਆਂ, ਪਰ ਸਾਰੀ ਲੱਖਾਂ ਦੀਆਂ ਲੱਖਾਂ ਇਨਵੈਂਸ਼ਨ ਜਿਹੜੀਆਂ ਉਹ ਇੰਪਲੀਮੈਂਟ ਨਹੀਂ ਹੁੰਦੀਆਂ, ਤਾਂ ਟਾਈਮ ਲੱਗਦਾ ਹੈ। ਸੋ ਸਾਡੇ ਵਾਸਤੇ ਇਟ ਇਜ਼ ਵੈਰੀ ਬਿਊਟੀਫੁਲ। ਅਸੀਂ ਇਹਨੂੰ ਸਭ ਤੋਂ ਪਹਿਲੀ ਇਨਵੈਂਸ਼ਨ ਆ ਸਾਡੀ ਔਰ ਅਸੀਂ ਇਹਨੂੰ ਬਹੁਤ ਅੱਛਾ ਮੰਨਦੇ ਹਾਂ, ਪਰ ਇਨ ਫਿਊਚਰ ਕਦੀ ਵੀ ਇਹਦੀ ਯੂਜ਼ ਹੋ ਸਕਦਾ ਹੈ। ਜਦੋਂ ਮਤਲਬ ਪਿਛਲੇ ਕਈ ਮੈਨੂੰ ਲੱਗਦਾ ਸਾਲ ਪਹਿਲਾਂ ਭੂਚਾਲ ਆਇਆ ਵੀ ਸੀਗਾ ਤੇ ਇਹ ਫਿਰ ਇਹਨੇ ਪੂਰਾ ਕੰਮ ਕੀਤਾ ਜੀ ਉਦੋਂ? ਹਾਂ, ਨਹੀਂ, ਜਨਰਲੀ ਇਹਨੂੰ ਅਸੀਂ ਇੰਸਟਾਲੇਸ਼ਨ ਮੋਡ ਤੇ ਨਹੀਂ ਰੱਖਿਆ ਹੋਇਆ। ਹਾਂ, ਕਿਉਂਕਿ ਜਦੋਂ ਇਹਨੂੰ ਅਸੀਂ ਪ੍ਰੋਟੋਟਾਈਪ ਮਾਡਲ ਇੱਥੇ ਬਣਾਈਦਾ, ਜਦੋਂ ਉਹਦੀ ਐਕਚੁਅਲ ਫੈਬਰੀਕੇਸ਼ਨ ਹੁੰਦੀ ਹੈ ਤਦ ਉਹ ਡਿਫਰੈਂਟ ਮਸ਼ੀਨ ਹੁੰਦੀ ਹੈ, ਤੇ ਡਿਫਰੈਂਟ ਮਸ਼ੀਨ ਬਣਾਉਣ ਵਾਸਤੇ ਹੋਰ ਐਕਸਪਰਟਸ ਦੀ ਜ਼ਰੂਰਤ ਹੁੰਦੀ ਹੈ, ਜਿਹੜੀ ਕਿ ਅਸੀਂ ਉਸ ਲੈਵਲ ਤੇ ਇਸ ਕੇਸ ਵਿੱਚ ਨਹੀਂ ਪਹੁੰਚ ਸਕੇ, ਬਟ ਸਾਡੀਆਂ ਅਦਰ ਇਨਵੈਂਸ਼ਨ ਜਿਹੜੀਆਂ ਉਹ ਪਹੁੰਚ ਗਈਆਂ। ਤੁਸੀਂ ਕਰ ਸਕਦੇ ਹੋ ਕਿ ਜੇ ਭੂਚਾਲ ਆਵੇ ਤਾਂ ਉਹਦਾ ਅਲਾਰਮ ਤੁਹਾਨੂੰ? ਹਾਂ, ਅਗਰ ਕੋਈ ਇਸ ਤਰ੍ਹਾਂ ਦੀ ਇਲੈਕਟ੍ਰੋਨਿਕ ਏਜੰਸੀ ਹੋਵੇ ਜਿਹੜਾ ਕਿ ਇਹਨੂੰ ਮੈਨੂਫੈਕਚਰ ਕਰੇ ਔਰ ਮੈਨੂਫੈਕਚਰ ਕਰਕੇ ਮਾਰਕੀਟ 'ਚ ਸੈੱਲ ਕਰੇ, ਤਾਂ ਫਿਰ ਅਸੀਂ ਉਹਨੂੰ ਟੈਕਨੋਲੋਜੀ ਦੇ ਸਕਦੇ ਹਾਂ। ਅੱਛਾ, ਇੱਕ ਹੋਰ ਤੁਸੀਂ ਜਿਹੜਾ ਮੈਨੂੰ ਦੱਸ ਰਹੇ ਸੀਗੇ ਕਿ ਤੁਸੀਂ ਇਹਨਾਂ ਨੂੰ ਡਾਕਟਰਸ ਇਹਨੂੰ ਯੂਜ਼ ਕਰਨਗੇ ਜਾਂ ਟੀਚਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਯੂਜ਼ ਕਰਨਗੇ, ਇਹ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਨਗੇ ਲੋਕ? ਸਰ, ਇਹ ਸਾਡੀ ਇਨਵੈਂਸ਼ਨ ਹੈ, ਇਹਦਾ ਕਿਊਟਬੋਟ ਅਸੀਂ ਇਹਦਾ ਨਾਮ ਰੱਖਿਆ ਰੋਬੋਟ ਦਾ, ਔਰ ਇਹ ਅਸੀਂ ਕਰੋਨਾ ਟਾਈਮ ਦੇ ਵਿੱਚ ਹੀ ਬੜਾ ਹਾਰਡ ਵਰਕ ਕਰਕੇ ਇਹਨੂੰ ਬਣਾਇਆ। ਇਹਨੂੰ ਵਡੋਦਰਾ ਗੁਜਰਾਤ ਦੇ ਵਿੱਚ ਫੈਬਰੀਕੇਟ ਕੀਤਾ ਗਿਆ, ਲੇਕਿਨ ਡਿਜ਼ਾਈਨ ਅਸੀਂ ਆਨਲਾਈਨ ਇੱਥੋਂ ਭੇਜਿਆ, ਫਿਰ ਇਹ ਬਣ ਕੇ ਆਇਆ ਔਰ ਇਸ ਨੂੰ ਅਸੀਂ ਇੱਕ ਹਸਪੀਟਲ 'ਚ ਵੀ ਇੰਸਟਾਲ ਕਰਕੇ ਟੈਸਟ ਕੀਤਾ। ਇਹਦੇ ਵਿੱਚ ਕੀ ਹੈ ਕਿ ਕਈ ਵਾਰ ਅਸੀਂ ਕਿਸੇ ਵਾਰਡ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਜਿਸ ਤਰ੍ਹਾਂ ਕਰੋਨਾ ਵਾਰਡ ਹੈ, ਟਿਊਬਰਕਲੋਸਿਸ ਵਾਰਡ ਹੈ, ਜਾਂ ਮੰਨ ਲਓ ਕੋਈ ਰੈਬਿਸਿਸ ਦਾ ਪੇਸ਼ੈਂਟ ਹੈ ਜਿੱਥੇ ਤੁਸੀਂ ਉਹਨੂੰ ਰੋਟੀ ਦੇਣ ਵੀ ਨਹੀਂ ਜਾ ਸਕਦੇ, ਜਾਂ ਕੋਈ ਜੇਲ੍ਹ ਡਿਪਾਰਟਮੈਂਟ ਹੈ ਜਿੱਥੇ ਤੁਸੀਂ ਕੋਈ ਬੰਦਾ ਲੌਜ ਕੀਤਾ ਉੱਥੇ ਨਹੀਂ ਲਾਗੇ ਜਾਣਾ ਚਾਹੁੰਦੇ, ਤੇ ਇਹ ਮਸ਼ੀਨ ਜਿਹੜੀ ਹੈ ਇਟ ਕੈਨ ਬੀ ਯੂਜ਼ਡ। ਇਹਦੇ ਵਿੱਚ ਅਸੀਂ ਡਾਇਰੈਕਸ਼ਨ ਦੇਵਾਂਗੇ ਕਿ ਜਾਂ? ਹਾਂ, ਇਹ ਰੋਬੋਟ ਹੈ, ਇਹ ਦੋ ਤਰੀਕਿਆਂ ਨਾਲ ਚੱਲ ਸਕਦੀ ਹੈ। ਇੱਕ ਤਾਂ ਇਹਦੇ ਵਿੱਚ ਤੁਸੀਂ ਦੂਰ ਤੋਂ ਖੜੇ ਹੋ ਕੇ ਇਸ ਰਿਮੋਟ ਦੇ ਥਰੂ ਇਹਨੂੰ ਕੰਟਰੋਲ ਕਰਕੇ ਉੱਥੇ ਭੇਜ ਸਕਦੇ ਹਾਂ। ਦੂਸਰਾ ਇਹ ਹੈ ਕਿ ਇਹਨਾਂ ਡਿਊਲ ਆਪਸ਼ਨ ਹੈ ਵੀ ਇੱਕ ਟੈਲੀ ਪ੍ਰੈਜ਼ੈਂਸ ਟਾਈਪ ਆਫ ਰੋਬੋਟ ਹੈ।
ਇਹਨੂੰ ਟੈਲੀ ਆਪਰੇਸ਼ਨ ਪਲੱਸ ਟੈਲੀ ਪ੍ਰੈਜ਼ੈਂਸ ਦੋਨਾਂ ਨਾਲ ਕੰਟਰੋਲ ਕਰ ਸਕਦੇ ਹਾਂ। ਤੇ ਫਿਰ ਅਸੀਂ ਇਸ ਰੋਬੋਟ ਨੂੰ ਇਸ ਹੈਂਡ ਦੇ ਨਾਲ ਅਸੀਂ ਇਹਨੂੰ ਮੂਵ ਕਰ ਸਕਦੇ ਹਾਂ ਫਾਰਵਰਡ, ਪਲੱਸ ਇਹਨੂੰ ਆਪਾਂ ਲੈਫਟ ਰਾਈਟ ਵੀ ਮੋੜ ਸਕਦੇ ਹਾਂ। ਫਿਰ ਅਸੀਂ ਇਸ ਰੋਬੋਟ ਨੂੰ ਆਪਣੇ ਡੈਸਟੀਨੇਸ਼ਨ ਤੇ ਭੇਜ ਸਕਦੇ ਹਾਂ ਦੂਰ ਆਪਣੇ ਤੋਂ, ਤਾਂ ਕਿ ਤੁਹਾਨੂੰ ਹਾਰਮ ਨਾ ਹੋਵੇ। ਅੱਛਾ, ਜੇ ਮੰਨ ਲਓ ਵੀ ਕਿਸੇ ਪੇਸ਼ੈਂਟ ਕੋਲ ਭੇਜਣਾ ਤੇ ਇਹ ਦਵਾਈਆਂ ਰੱਖਤੀਆਂ ਅੱਗੇ ਜਾਂ ਫੂਡ ਉਹਨੂੰ ਰੱਖ ਦਿਓ, ਆਟੋਮੈਟਿਕਲੀ ਦ ਫੂਡ ਵਿਲ ਬੀ ਡਿਲੀਵਰਡ। ਤੇ ਲੇਕਿਨ ਇਹਦੇ ਵਿੱਚ ਆਟੋਮੈਟਿਕ ਨੈਵੀਗੇਸ਼ਨ ਦਾ ਪ੍ਰੋਵੀਜ਼ਨ ਹਜੇ ਨਹੀਂ ਹੈ, ਜਿਹੜਾ ਕਿ ਅਸੀਂ ਫਿਊਚਰ ਵਿੱਚ ਇੰਪਲੀਮੈਂਟ ਕਰਾਂਗੇ। ਉਹ ਵੀ ਚੱਲ ਰਹੀਆਂ ਨੇ, ਉਹ ਵੀ ਰਿਸਰਚ ਰਿਸਰਚ ਸਾਡੀ ਚੱਲ ਰਹੀ ਹੈ ਕਿ ਆਟੋਮੈਟਿਕਲੀ ਰੋਬੋਟ ਜਿਹੜਾ ਉਹ ਆਪਣੇ ਥਾਂ ਤੇ ਚਲਾ ਜਾਏਗਾ। ਅੱਛਾ, ਇੱਕ ਜਿਹੜੀ ਆ ਮਸ਼ੀਨ ਤੁਸੀਂ ਆਹ ਦੱਸ ਰਹੇ ਹੋ, ਇਹ ਅੰਡਰ ਵਾਟਰ ਮਸ਼ੀਨ ਹੈ ਕਿ ਇਹਨੂੰ ਪਾਣੀ ਦੇ ਵਿੱਚ ਭੇਜਿਆ ਜਾ ਸਕਦਾ ਜਾਂ ਉਹਦੇ ਅੰਦਰਲੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਕਿ ਇਹਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ? ਇਹ ਇਸ ਤਰ੍ਹਾਂ ਸੀਗਾ ਕਿ ਇਸ ਨੀਡ ਨੂੰ ਡਿਵੈਲਪ ਕੀਤਾ ਸੀਗਾ, ਜਿਸ ਤਰ੍ਹਾਂ ਸਾਡੀ ਕੋਈ ਕੈਨਾਲ ਜਾਂ ਰਿਵਰ ਹੈ, ਉਹਦੇ ਥੱਲੇ ਵਿੱਚ ਕੋਈ ਚੀਜ਼ ਡਿੱਗ ਗਈ ਹੈ ਜਿਹਨੂੰ ਆਪਾਂ ਫਾਈਂਡ ਆਊਟ ਨਹੀਂ ਕਰ ਪਾ ਰਹੇ, ਜਾਂ ਫਿਰ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਜਾਂ ਘੱਟ ਹੈ, ਜਾਂ ਫਿਰ ਉਹਦੇ ਸਾਈਫਨਸ ਹੁੰਦੇ, ਜਿਸ ਤਰ੍ਹਾਂ ਕੈਨਾਲ ਦਾ ਸਾਈਫਨ ਉੱਪਰੋਂ ਰੋਡ ਜਾ ਰਹੀ ਹੈ, ਨੀਚੇ ਡੈਪਥ ਹੈ, ਤੇ ਉਸ ਡੈਪਥ ਨੂੰ ਵਿੱਚ ਕੋਈ ਚੀਜ਼ ਗਿਰੀ ਹੈ ਤੇ ਉੱਥੇ ਬੰਦੇ ਦਾ ਜਾਣਾ ਬਹੁਤ ਮੁਸ਼ਕਲ ਹੁੰਦਾ। ਜਾਂ ਫਿਰ ਤੁਸੀਂ ਕ੍ਰੈਕਸ ਨੂੰ, ਡੈਮ ਦੇ ਕ੍ਰੈਕਸ ਨੂੰ ਆਇਡੈਂਟੀਫਾਈ ਕਰਨਾ, ਉਹ ਹਿਊਮਨਸ ਵਾਸਤੇ ਬਹੁਤ ਡਿਫਿਕਲਟ ਹੈ। ਇਹ ਰੋਬੋਟ ਜਿਹੜਾ ਹੈ, ਇਸ ਨੂੰ ਤੁਸੀਂ ਪਾਣੀ ਦੇ ਵਿੱਚ ਉਤਾਰ ਦਿਓ, ਇਹਦੇ ਪਿੱਛੇ ਪ੍ਰੋਪੈਲਰ ਲੱਗਿਆ, ਇਹਨੂੰ ਤੁਸੀਂ ਅੱਗੇ ਪਿੱਛੇ ਮੂਵ ਵੀ ਕਰ ਸਕਦੇ ਆ। ਅੱਛਾ, ਪਾਣੀ ਦੇ ਵਿੱਚ ਇਹ ਕਿੰਨੀ ਡੂੰਘਾਈ ਤੱਕ ਜਾਂਦਾ ਹੈ? ਇਹਨੂੰ ਅਸੀਂ 8 ਮੀਟਰ ਤੱਕ ਡਿਜ਼ਾਈਨ ਕੀਤਾ ਹੈ। 8 ਮੀਟਰ ਤੱਕ ਇਹਨੂੰ ਕੋਈ ਪਾਣੀ ਇਹਦੇ ਵਿੱਚ ਐਂਟਰ ਨਹੀਂ ਹੋਏਗਾ। ਇਹਦੇ ਅੱਗੇ ਕੈਮਰਾ ਲੱਗਿਆ, ਪਲੱਸ ਪਿੱਛੇ ਪ੍ਰੋਪੈਲਰ ਹੈ, ਪਰ ਇਹਨੂੰ 230 ਵੋਲਟ ਏਸੀ ਚਾਹੀਦੀ ਜਨਰੇਟਰ, ਜਿਹਦੇ ਨਾਲ ਇਹਨੂੰ ਆਪਾਂ ਰਨ ਕਰੀਦਾ। ਤੇ ਫਿਰ ਇਹ ਰੋਬੋਟ ਨੂੰ ਤੁਸੀਂ ਨੀਚੇ ਭੇਜ ਕੇ ਇਹਦੀ ਜਿਹੜੀ ਡਾਟਾ ਲੌਗਿੰਗ ਹੈ, ਮਤਲਬ ਜਿਹੜੀ ਇਨਫੋਰਮੇਸ਼ਨ ਆ, ਉਹਨੂੰ ਤੁਸੀਂ ਸਟੋਰ ਵੀ ਕਰ ਸਕਦੇ ਹੋ ਤੇ ਦੇਖ ਵੀ ਸਕਦੇ ਹੋ ਵਿਜ਼ੂਅਲੀ ਕਿ ਥੱਲੇ ਕੀ ਹੈ। ਇਸ ਨੂੰ ਅਸੀਂ ਕੰਢੀ ਕਨਾਲ ਵਿੱਚ ਟੈਸਟ ਕੀਤਾ ਹੁਸ਼ਿਆਰਪੁਰ 'ਚ, ਔਰ ਇਹਦੇ ਬੜੇ ਅੱਛੇ ਰਿਜ਼ਲਟ ਆਏ। ਅੱਛਾ, ਤੁਸੀਂ ਆ ਵੀ ਇੱਕ ਮੈਨੂੰ ਬੜਾ ਵਧੀਆ ਆ ਮਸ਼ੀਨ ਦੇ ਬਾਰੇ ਦੱਸਿਆ ਕਿ ਜਿੱਥੇ ਬੈਕਟੀਰੀਆ ਹੈ ਉਹਦੇ ਉੱਪਰ ਫੇਰ ਦਿਓ ਤੇ ਬੈਕਟੀਰੀਆ ਹੀ ਖਤਮ ਹੋ ਜਾਂਦਾ। ਹੋ ਜਾਣਗੇ, ਕਿਉਂਕਿ ਇਹਦੇ ਵਿੱਚ ਆਪਾਂ ਹਾਈ ਇੰਟੈਂਸਿਟੀ ਅਲਟਰਾਵਾਇਲਟ ਰੇਡੀਏਸ਼ਨਸ ਯੂਜ਼ ਕੀਤੀਆਂ ਹਨ, ਜੋ ਕਿ ਜਦੋਂ ਵਾਇਰਸ ਜਾਂ ਬੈਕਟੀਰੀਆ ਦੇ ਉੱਤੇ ਅਲਟਰਾਵਾਇਲਟ ਰੇਡੀਏਸ਼ਨਸ ਪੈਂਦੀਆਂ ਤੇ ਉਹਦੇ ਡੀਐਨਏ ਜਾਂ ਆਰਐਨਏ ਨੂੰ ਉਹ ਫਿਨਿਸ਼ ਕਰ ਦਿੰਦੀਆਂ, ਮਾਰ ਦਿੰਦੀਆਂ। ਕਿਉਂਕਿ ਵਾਇਰਸ ਬੈਕਟੀਰੀਆ ਦੀ ਜਿਹੜੀ ਲੇਅਰ ਹੁੰਦੀ ਬਹੁਤ ਥਿਨ ਹੁੰਦੀ ਹੈ, ਹਾਲਾਂਕਿ ਉਹ ਸਾਨੂੰ ਦਿਖਾਈ ਨਹੀਂ ਦਿੰਦੇ, ਬਟ ਐਜ਼ ਪਰ ਜਿਹੜਾ ਲਿਟਰੇਚਰ ਅਵੇਲੇਬਲ ਆ, ਉਹਦੇ ਵਿੱਚ ਇਹ ਲਿਖਿਆ ਕਿ ਜੇ ਉਹਨੂੰ ਕੁਝ ਡਿਊਰੇਸ਼ਨ, ਕੁਝ ਸੈਕਿੰਡਸ ਵਾਸਤੇ ਆਪਾਂ ਐਕਸਪੋਜ਼ ਕਰ ਦਿੰਦੇ ਆ ਤਾਂ ਉਹ ਬੈਕਟੀਰੀਆ ਵਾਇਰਸ ਕਿਲ ਹੋ ਜਾਂਦਾ। ਤੇ ਇਸ ਕਨਸੈਪਟ ਨੂੰ ਲੈ ਕੇ ਅਸੀਂ ਡਿਵਾਈਸ ਜਿਹੜੀ ਹੈ ਬਣਾਈ ਹੈ। ਇਹ ਵੀ ਅਸੀਂ, ਇਹਦੀ ਟੈਕਨੋਲੋਜੀ ਵੀ ਅਸੀਂ ਯੂਕੋਮੈਕਸ ਕੰਪਨੀ ਨੂੰ ਟ੍ਰਾਂਸਫਰ ਕੀਤੀ ਹੈ, ਔਰ ਇਹਦਾ ਪੇਟੈਂਟ ਵੀ ਫਾਈਲ ਕੀਤਾ। ਇਹਦੇ ਵਿੱਚ ਜਦੋਂ ਅਸੀਂ ਇਹਨੂੰ ਔਨ ਕਰ ਦਿੰਦੇ ਆ, ਫਿਰ ਉਹ ਜਿਹੜਾ ਇਹਨੂੰ ਫਿਰ ਹੌਲੀ ਹੌਲੀ ਆਪਾਂ ਸਰਫੇਸ ਦੇ ਉੱਤੇ ਮੌਪ ਕਰਦੇ ਆ ਇਸ ਤਰ੍ਹਾਂ, ਤੇ ਜਿੱਥੇ ਜਿੱਥੇ ਇਹਦੀ ਅਲਟਰਾਵਾਇਲਟ ਰੇਡੀਏਸ਼ਨ ਨੀਚੇ ਪੈ ਰਹੀਆਂ, ਉੱਥੇ ਬੈਕਟੀਰੀਆ ਔਰ ਵਾਇਰਸ ਮਰਨ ਦੇ ਚਾਂਸਸ ਮੈਕਸਿਮਮ ਹੋ ਜਾਂਦੇ ਆ। ਔਰ ਇਹਦੀ ਮੈਕਸਿਮਮ ਯੂਟਿਲਿਟੀ ਹੈ, ਜਿਸ ਤਰ੍ਹਾਂ ਟਿਊਬਰਕਲੋਸਿਸ ਵਾਰਡ ਆਫ ਦਾ ਹਸਪੀਟਲਸ ਹੈ, ਆਪਾਂ ਉੱਥੇ ਟਿਊਬਰਕਲੋਸਿਸ ਦੇ ਪੇਸ਼ੈਂਟ ਹੁੰਦੇ ਆ, ਜੰਨੀ ਜਿਹੜੀ ਕੰਟੈਮੀਨੇਸ਼ਨ ਆ ਫਲੋਰ ਤੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ, ਤੇ ਉਸ ਜਗ੍ਹਾ ਦੇ ਉੱਤੇ ਇਹਦਾ ਮਤਲਬ ਇਹਨੂੰ ਤੁਸੀਂ ਹੌਲੀ ਹੌਲੀ ਮੌਪ ਕਰਨ ਦੇ ਨਾਲ ਉਹ ਜਿਹੜੇ ਬੈਕਟੀਰੀਆ ਵਾਇਰਸ ਕਿਲ ਹੋ ਸਕਦਾ। ਵੀ ਕਰੋਨਾ ਦੇ ਵਿੱਚ ਲੋਕੀ ਤਾਂ ਸਾਰੇ ਘਰੇ ਵੜ ਗਏ, ਪਰ ਤੁਸੀਂ ਆਹ ਕੰਮ ਕਰਦੇ ਰਹੇ ਇਹਦੇ ਵੀ, ਕਿਉਂਕਿ ਇਹ ਵੀ ਕਰੋਨਾ ਦੇ ਵਿੱਚ ਬਹੁਤ ਹੈ। ਇਸ ਤੋਂ ਇਲਾਵਾ ਇੱਕ ਹੋਰ ਅਸੀਂ ਬਹੁਤ ਵਧੀਆ ਡਿਵਾਈਸ ਬਣਾਈ ਸੀ ਕਰੋਨਾ 'ਚ, ਕਿਉਂਕਿ ਅਸੀਂ ਇਹ ਸੁਣਿਆ ਸੀਗਾ ਕਿ ਕਰੋਨਾ ਜਿਹੜਾ ਹੈ, ਜਿਸ ਤਰ੍ਹਾਂ ਕਰੰਸੀ ਨੋਟਸ ਨਾਲ ਬਹੁਤ ਫੈਲਦਾ, ਬਹੁਤ ਸਾਰੇ ਜਿਹੜੇ ਬੈਂਕ ਕਰਮੀ ਸੀਗੇ ਜਿਹੜੇ ਉਹ ਦੇ ਵਾਰ ਇਨਫੈਕਟਡ ਬਾਏ ਦਾ, ਕਿਉਂਕਿ ਜਿਹੜੀ ਕਰੰਸੀ ਹੈ ਦੈਟ ਵਾਸ ਟ੍ਰਾਂਸਫਰ ਫਰੋਮ ਵਨ ਪਰਸਨ ਟੂ ਅਨਦਰ ਪਰਸਨ। ਤੇ ਫਿਰ ਅਸੀਂ ਇਹ ਡਿਵਾਈਸ ਬਣਾਈ ਸੀ, ਜਿਹਦੇ ਵਿੱਚ ਅਸੀਂ ਅਗੇਨ ਯੂਵੀ ਹੀ ਯੂਜ਼ ਕੀਤੀ ਹੈ। ਇਹਦੇ ਵਿੱਚ ਅਸੀਂ ਇਹ ਟਰੇ ਬਣਾਈ ਹੈ, ਜਿਹਦੇ ਵਿੱਚ ਤੁਸੀਂ ਯੂ ਕੈਨ ਪਲੇਸ ਦਾ ਮਟੀਰੀਅਲ, ਓਕੇ, ਐਂਡ ਦੈਟ ਮਟੀਰੀਅਲ ਕੈਨ ਬੀ ਯੂ ਨੋ ਦਾ ਫਰਦਰ ਪਲੇਸਡ। ਇਸ ਤਰ੍ਹਾਂ ਉਹਨੂੰ ਕਰਕੇ ਇਹਨੂੰ ਫਿਰ ਔਨ ਕਰ ਦਿੰਦੇ ਆ, ਫਿਰ ਇਹਦਾ ਟਾਈਮਰ ਸੈੱਟ ਹੋ ਜਾਂਦਾ ਸੀਗਾ, ਔਰ ਫਿਊ ਐਕਸਪੋਜ਼ਰਸ ਦੇ ਬਾਅਦ ਉਹ ਜਿਹੜਾ ਮਤਲਬ ਵਿਦ ਵਾਇਰਸ ਬੈਕਟੀਰੀਆ ਉਹਨੂੰ ਫ੍ਰੀ ਕਰ ਲਿਆ। ਇਹਦੇ ਵਿੱਚ ਆਪਾਂ ਫੂਡ ਵੀ ਰੱਖ ਸਕਦੇ ਹਾਂ, ਜਿਸ ਤਰ੍ਹਾਂ ਤੁਸੀਂ ਸਬਜ਼ੀਆਂ ਲੈ ਕੇ ਆਏ ਬਾਜ਼ਾਰ 'ਚੋਂ, ਸਬਜ਼ੀਆਂ ਨੂੰ ਇਹਦੇ ਵਿੱਚ ਰੱਖ ਕੇ ਐਕਸਪੋਜ਼ ਕਰ ਦਿਓ, ਬਾਅਦ ਵਿੱਚ ਨਿਕਾਲ ਕੇ ਉਹਨੂੰ ਖਾ ਲਓ, ਤੇ ਇਫੈਕਟ ਨਹੀਂ ਪਏਗਾ, ਕੋਈ ਐਦਾਂ ਹਾਰਮਫੁਲ ਇਫੈਕਟ ਨਹੀਂ ਹੈ। ਬੈਕਟੀਰੀਆ ਜਿਹੜਾ ਇਹਦੇ ਵਿੱਚ ਰੱਖ ਦਿਓ, ਉਹਨਾਂ ਟਾਈਮ ਲਾ ਦਿਓ ਤੇ ਉਹ ਬੈਕਟੀਰੀਆ ਖਤਮ ਹੋ ਜਾਂਦਾ। ਅੱਛਾ, ਤੁਹਾਡੀਆਂ ਉਪਲਬਧੀਆਂ ਮੈਂ ਦੇਖ ਰਿਹਾ ਕਿ ਸਾਹਮਣੇ ਜਿਹੜੀਆਂ ਲੱਗੀਆਂ ਹੋਈਆਂ ਨੇ ਰੋਬੋਟ ਵੀ ਕਈ ਜਿਹੜੇ ਆ ਉਹ ਤੁਸੀਂ ਇਹ ਕਾਫੀ ਪੁਰਾਣੇ ਵੀ ਨੇ, ਕੁਝ ਕੁ ਚਲੋ ਨਵੇਂ ਹੋਣਗੇ, ਤਾਂ ਇਹ ਉਪਲਬਧੀਆਂ ਨੇ ਜੀ ਸਾਰੀਆਂ ਫਿਰ ਇਸ ਡਿਪਾਰਟਮੈਂਟ ਦੀਆਂ? ਹਾਂਜੀ, ਸਾਡੇ ਡਾਇਰੈਕਟਰ ਹੈ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਜੀ, ਜਿਹੜੇ ਕਿ ਸਾਨੂੰ ਬੜੇ ਮੋਟੀਵੇਟਡ ਹੈ। ਸਾਡੇ ਹੈੱਡ ਆਫ ਦੀ ਡਿਪਾਰਟਮੈਂਟ ਪ੍ਰੋਫੈਸਰ ਨਰਿੰਦਰ ਸਿੰਘ ਹੈ। ਇਹ ਸਾਡੀਆਂ ਜਿਹੜੀਆਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਮੋਰ ਦੈਨ 20 IPRs ਜਿਹੜੇ ਉਹਦਾ ਮੈਂ ਇਨਵੈਂਟਰਾਂ ਵਿੱਚ, ਜਾਂ ਮੇਰੇ ਕੋਈ ਫਰੈਂਡਸ ਜਿਹੜੇ ਹੋਰ ਕੋਲੀਗਸ ਹੈ, ਸਟੂਡੈਂਟਸ ਹੈ, ਤੇ 20 ਪੇਟੈਂਟ ਕਾਪੀਰਾਈਟ ਡਿਜ਼ਾਈਨ ਸਾਡੇ ਗ੍ਰਾਂਟਡ ਹੈ, ਔਰ 20 ਦੇ ਆਸ-ਪਾਸ ਸਾਡੇ ਫਾਈਲਡ ਹੈ, ਔਰ ਸਾਡੇ ਰਿਕਾਰਡ ਨੰਬਰ ਆਫ ਦੀ IPR ਹੈ, ਜਿਹਦੇ ਵਿੱਚ 5 ਇਨਵੈਂਸ਼ਨ ਜਿਹੜੀਆਂ ਸਾਡੀਆਂ 4 ਔਰ 5 ਜਿਹੜੀਆਂ ਉਹ ਅਸੀਂ ਸੈੱਲ ਕਰ ਚੁੱਕੇ ਹਾਂ,
ਜਿਹਦੀ ਅਸੀਂ ਟੈਕਨੋਲੋਜੀ ਅਲੱਗ-ਅਲੱਗ ਏਜੰਸੀਆਂ ਨੂੰ ਟ੍ਰਾਂਸਫਰ ਕਰ ਚੁੱਕੇ ਹਾਂ। ਔਰ ਇਹ ਵਾਲੇ ਜਿਹੜੇ ਮਾਡਲ ਨੇ ਤੁਹਾਡੇ ਫਿਰ ਇਕੱਲੇ ਪੰਜਾਬ ਜਾਂ ਇੰਡੀਆ ਜਾਂ ਫਿਰ ਇੰਟਰਨੈਸ਼ਨਲੀ ਵੀ? ਸਾਡਾ ਇੰਟਰਨੈਸ਼ਨਲ ਕੰਪੀਟੀਸ਼ਨ ਹੈ ਹਰ, ਚਾਹੇ ਸਾਡੀ ਕੋਈ ਵੀ ਰਿਸਰਚ ਹੈ ਜਦੋਂ ਸਾਡੀ ਪਬਲਿਸ਼ ਹੁੰਦੀ ਹੈ ਇਟ ਇਜ਼ ਗਲੋਬਲ। ਕੋਈ ਵੀ ਸਾਡਾ ਪੇਟੈਂਟ ਗ੍ਰਾਂਟ ਹੁੰਦਾ ਉਹ ਵੀ ਸਾਨੂੰ ਇੰਟਰਨੈਸ਼ਨਲ ਸਰਚ ਤੋਂ ਬਾਅਦ ਹੀ ਗ੍ਰਾਂਟ ਹੁੰਦਾ ਹੈ, ਜਿਹਦੇ ਵਿੱਚ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਉਹ ਇਨਵੈਂਸ਼ਨ ਹੋਰ ਕਿਤੇ ਨਹੀਂ ਪ੍ਰੈਜ਼ੈਂਟ ਪੂਰੀ ਦੁਨੀਆ 'ਚ। ਤੇ ਖੇਤੀਬਾੜੀ ਨਾਲ ਸੰਬੰਧਿਤ ਵੀ ਕੁਝ ਕਰ ਰਹੇ ਹੋ ਤੁਸੀਂ, ਕਿਉਂਕਿ ਅੱਜ ਕੱਲ ਮਸ਼ੀਨਾਂ ਦਾ ਵੀ ਖੇਤੀਬਾੜੀ ਨਾਲ ਇਹਨੂੰ ਸੰਬੰਧ ਕਰ ਸਕਦੇ ਹਾਂ, ਅੰਡਰ ਵਾਟਰ ਰੋਬੋਟ। ਔਰ ਇਸ ਤੋਂ ਇਲਾਵਾ ਅਸੀਂ ਵਾਟਰ ਸਪ੍ਰਿੰਕਲਰ ਰੋਬੋਟ ਬਣਾਇਆ ਜਿਹੜਾ ਕਿ ਖੇਤਾਂ ਦੇ ਵਿੱਚ ਜਾਂ ਕਿਸੇ ਲੌਨ ਦੇ ਵਿੱਚ ਵਾਟਰ ਸਪ੍ਰਿੰਕਲ ਕਰੇਗਾ, ਔਰ ਉਹਨੂੰ ਤੁਸੀਂ ਕੰਪਿਊਟਰਾਈਜ਼ਡ ਕੰਟਰੋਲ ਕਰ ਸਕਦੇ ਆ ਜਾਂ ਮੋਬਾਈਲ ਤੋਂ ਕੰਟਰੋਲ ਕਰ ਸਕਦੇ ਆ। ਔਰ ਰੋਬੋਟ ਨੂੰ ਤੁਸੀਂ ਪਾਈਪ ਕਨੈਕਟ ਕਰ ਦਿਓ ਔਰ ਰੋਬੋਟ ਕੈਨ ਮੂਵ ਅਪ ਫਾਰਵਰਡ ਐਂਡ ਰਿਵਰਸ। ਜੇ ਮੰਨ ਲਓ ਉਸ ਰੋਬੋਟ ਨੂੰ ਅਸੀਂ ਖੇਤ ਵਿੱਚ ਰੱਖ ਦਿੰਦੇ ਆ ਐਂਡ ਉਹਨੂੰ ਅਸੀਂ ਪ੍ਰੋਗਰਾਮ ਕਰਕੇ ਛੱਡ ਦਿੰਦੇ ਆ ਤੇ ਉਹ ਸ਼ਾਮ ਤੱਕ ਅੱਗੇ ਪਿੱਛੇ ਜਾ ਕੇ ਆਪਣੇ ਆਪ ਹੀ ਵਾਟਰ ਸਪ੍ਰਿੰਕਲਰ ਕਰਦਾ ਰਹੇਗਾ ਜਿੱਥੇ ਜਿੱਥੇ ਤੁਸੀਂ ਉਹਨੂੰ ਪ੍ਰੋਗਰਾਮ ਕੀਤਾ ਹੈ। ਧੰਨਵਾਦ ਸਰ, ਤੁਸੀਂ ਸਾਰੀ ਜਾਣਕਾਰੀ ਦਿੱਤੀ। ਤਾਂ ਬੜੇ ਵਧੀਆ ਇੱਥੇ ਇਹਨਾਂ ਦੀ ਲੈਬ ਦੇ ਵਿੱਚ ਇਹ ਸਾਰੀਆਂ ਇਨਵੈਂਸ਼ਨਸ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਕੱਲੀਆਂ ਪੰਜਾਬ ਜਾਂ ਇੰਡੀਆ ਦੇ ਲੈਵਲ ਦੀਆਂ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਇਹਨਾਂ ਦੇ ਮਾਡਲ ਜਿਹੜੇ ਹੈ ਕਾਫੀ ਪਸੰਦ ਕੀਤੇ ਗਏ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਕਿ ਹੋਰ ਵੀ ਇਨਵੈਂਸ਼ਨਸ ਕੀਤੀਆਂ ਜਾਣਗੀਆਂ। ਕੁਝ ਦੱਸ ਰਹੇ ਨੇ ਕਿ ਸਾਨੂੰ ਇਹਨਾਂ ਆਫ ਰਿਕਾਰਡ ਦੱਸਿਆ ਕਿ ਸਿਕਿਉਰਿਟੀ ਰੀਜ਼ਨ ਦੇ ਹਿਸਾਬ ਨਾਲ ਅਸੀਂ ਕੁਝ ਚੀਜ਼ਾਂ ਨਹੀਂ ਦੱਸ ਸਕਦੇ। ਇਸਰੋ ਦੇ ਨਾਲ ਵੀ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਜਿਹੜੇ ਸਪੇਸ ਦੇ ਵਿੱਚ ਭੇਜਣ ਦੇ ਲਈ ਰੋਬੋਟ ਜਿਹੜੇ ਆ ਉਹ ਵੀ ਇਸ ਲੈਬ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ। ਤਾਂ ਇੱਕ ਚੰਗੀ ਗੱਲ ਹੈ ਕਿ ਇਨਸਾਨ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦਾ ਉਹ ਰੋਬੋਟ ਦੇ ਕੋਲੋਂ ਕਰਵਾਈਆਂ ਜਾ ਰਹੀਆਂ ਨੇ। ਤਾਂ ਕਈ ਚੀਜ਼ਾਂ ਨੇ ਇੱਥੇ ਸਿੱਖਣ ਵਾਲੀਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਰਹੇ ਨੇ ਕਾਫੀ ਵੱਡੇ ਪੱਧਰ ਦੇ ਉੱਪਰ ਇਹਨਾਂ ਦੇ ਵੱਲੋਂ ਉਹੋ ਜਿਹੇ ਰੋਬੋਟ ਬਣਾਏ ਜਾਣੇ ਆ ਜਿਨ੍ਹਾਂ ਦੇ ਨਾਲ ਇਨਸਾਨ ਨੂੰ ਕਾਫੀ ਸੌਖ ਹੋ ਜਾਏਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।